ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਸੁੰਦਰ ਦਿਨ ਦੇ ਲਈ, ਸੁੰਦਰ ਸਮੇਂ ਦੇ ਲਈ, ਇਸ ਸੁੰਦਰ ਸ਼ਾਮ ਦੇ ਲਈ ਜੋ ਉਸਨੇ ਸਾਡੀ ਜ਼ਿੰਦਗੀ ਵਿੱਚ ਦਿੱਤੀ ਹੈ। ਸੱਚਮੁੱਚ ਉਸਦਾ ਮਹਾਨ ਪਿਆਰ ਹੈ ਕਿ ਉਸਨੇ ਸਾਨੂੰ ਜ਼ਿੰਦਾ ਧਰਤੀ ਤੇ ਰੱਖਿਆ ਹੈ। ਉਸਦੀਆਂ ਕੀਤੀਆਂ ਭਲਾਈਆਂ ਦੇ ਲਈ ਮੈਂ ਉਸਦਾ ਧੰਨਵਾਦ ਕਰਦੀ ਹਾਂ, ਉਸਦੇ ਰਹਿਮ ਦੇ ਲਈ, ਅਨੁਗ੍ਰਹਿ ਦੇ ਲਈ ਜੋ ਸਾਡੇ ਉੱਤੇ ਹੋਇਆ ਹੈ। ਔਰ ਮੈਂ ਤੁਹਾਡਾ ਸਾਰਿਆਂ ਦਾ ਪਰਮੇਸ਼ਵਰ ਦੇ ਨਾਮ 'ਚ ਸਵਾਗਤ ਕਰਦੀ ਹਾਂ। ਪਰਮੇਸ਼ਵਰ ਤੁਹਾਨੂੰ ਬਲੈਸ ਕਰੇ, ਇਸ ਵਚਨ ਦੇ ਨਾਲ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਤੁਹਾਡੀ ਆਤਮਿਕ ਪਿਆਸ ਨੂੰ ਪਰਮੇਸ਼ਵਰ ਹੋਰ ਵਧਾਏ ਤਾਂ ਕਿ ਤੁਸੀਂ ਉਹਦੇ ਵਿੱਚ ਅੱਗੇ ਵਧਦੇ ਜਾਓ। ਔਰ ਇਸ ਮਹਾਮਾਰੀ ਦੇ ਸਮੇਂ ਦੇ ਵਿੱਚ, ਇਸ ਬਿਮਾਰੀ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਸੁਰੱਖਿਅਤ ਰੱਖੇ ਔਰ ਆਪਣੇ ਸਰਗਦੂਤਾਂ ਦਾ ਪਹਿਰਾ ਤੁਹਾਡੇ ਆਲੇ ਦੁਆਲੇ ਲਗਾਏ ਤਾਂ ਕਿ ਕੋਈ ਮਹਾਮਾਰੀ ਤੁਹਾਡੇ ਡੇਰੇ ਨਾ ਆ ਸਕੇ, ਜਿਸ ਤਰ੍ਹਾਂ ਉਸਦਾ ਵਚਨ ਕਹਿੰਦਾ ਹੈ। ਔਰ ਖੁਦਾਵੰਦ ਤੁਹਾਨੂੰ ਆਪਣੇ ਪੰਖਾਂ ਦੀ ਆੜ ਦੇ ਵਿੱਚ ਛੁਪਾ ਕੇ ਰੱਖੇ, ਹਰ ਪ੍ਰਕਾਰ ਦੀ ਮੁਸੀਬਤ, ਬਿਮਾਰੀ, ਪਰੇਸ਼ਾਨੀ ਤੋਂ ਤੁਹਾਨੂੰ ਬਚਾ ਕੇ ਰੱਖੇ। ਆਮੀਨ। ਮੇਰੀ ਇਹੀ ਦੁਆ ਰਹੇਗੀ ਤੁਹਾਡੇ ਨਾਲ। ਔਰ ਆਈਏ ਅਸੀਂ ਸਭ ਤੋਂ ਪਹਿਲਾਂ ਵਚਨ 'ਚ ਜਾਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ, ਉਸ ਤੋਂ ਬਾਅਦ ਅਸੀਂ ਵਚਨ ਦੇ ਉੱਤੇ ਮਨਨ ਕਰਾਂਗੇ, ਪਰਮੇਸ਼ਵਰ ਦੇ ਨਾਲ ਦੇਖਾਂਗੇ ਕਿ ਪਰਮੇਸ਼ਵਰ ਸਾਨੂੰ ਆਪਣੇ ਵਚਨ ਤੋਂ ਕੀ ਸਿਖਾਉਣਾ ਚਾਹੁੰਦਾ ਹੈ, ਕੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ। ਸਾਡੀ ਜੀਵਨ ਦੀਆਂ ਕਮੀਆਂ ਘਟੀਆਂ ਪਰਮੇਸ਼ਵਰ ਦੂਰ ਕਰੇ ਔਰ ਆਪਣੇ ਨਾਲ ਪਿਤਾ ਪਰਮੇਸ਼ਵਰ ਸਾਨੂੰ ਮਜ਼ਬੂਤ ਰਿਲੇਸ਼ਨ ਦੇ ਵਿੱਚ ਰੱਖੇ ਤਾਂ ਕਿ ਸ਼ੈਤਾਨ ਇਹਨਾਂ ਵਚਨਾਂ ਨੂੰ ਚੁਰਾ ਨਾ ਸਕੇ। ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ, ਤੇਰਾ ਧੰਨਵਾਦ ਕਰਦੇ ਸੁੰਦਰ ਸਮੇਂ ਦੇ ਲਈ, ਤੇਰੀ ਮਹਿਮਤ, ਤੇਰੀ ਜੈ ਜੈਕਾਰ ਕਰਦੇ ਪਿਤਾ। ਪ੍ਰਾਰਥਨਾ ਕਰਦੀ ਇਹਨਾਂ ਲੋਕਾਂ ਦੇ ਲਈ ਜੋ ਖੁਦਾਵੰਦ ਦੇ ਵਚਨ ਨੂੰ ਸੁਣਨ ਦੇ ਲਈ ਜਾ ਰਹੇ ਹੋਣੇ, ਦੇ ਵਚਨ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ 100 ਗੁਣਾ ਆਸ਼ੀਸ਼ ਤੇ ਬਰਕਤ ਲੈ ਕੇ ਆਵੇ। ਇਹਨਾਂ ਦੇ ਮਨਾਂ ਨੂੰ ਤਿਆਰ ਕਰ ਤਾਂ ਜੋ ਇਹ ਕੇਵਲ ਸੁਣਨ ਵਾਲੇ ਨਹੀਂ ਬਲਕਿ ਅਮਲ ਕਰਨ ਵਾਲੇ ਬਣ ਜਾਣ ਪਿਤਾ ਪਰਮੇਸ਼ਵਰ, ਔਰ ਆਪਣੀ ਆਤਮਿਕ ਲਾਈਫ 'ਚ, ਸਰੀਰਕ ਲਾਈਫ ਦੇ ਵਿੱਚ ਗਰੋਥ ਕਰ ਸਕਣ। ਔਰ ਪਿਤਾ ਪਰਮੇਸ਼ਵਰ ਹਰ ਇੱਕ ਬਲੈਸਿੰਗ, ਹਰ ਇੱਕ ਆਤਮਿਕ ਬਲੈਸਿੰਗ ਜੋ ਇਹਨਾਂ ਨੂੰ ਜ਼ਰੂਰਤ ਆ ਖੁਦਾਵੰਦ ਤੇਰੇ ਵੱਲੋਂ ਮਿਲੇ, ਆਪਣੀ ਜ਼ਿੰਦਗੀ ਦੇ ਵਿੱਚ ਵਧਣ, ਆਪਣੇ ਘਰਾਂ ਦੇ ਵਿੱਚ ਵਧਣ। ਔਰ ਖੁਦਾਵੰਦ ਦੇ ਵਚਨ ਇਹਨਾਂ ਨੂੰ ਆਸ਼ੀਸ਼ ਤੇ ਬਰਕਤ ਕਰੇ, ਤਸੱਲੀ ਦੇਵੇ, ਸ਼ਾਂਤੀ ਦੇਵੇ, ਕਿਉਂਕਿ ਤੇਰਾ ਵਚਨ ਤਸੱਲੀ ਔਰ ਸ਼ਾਂਤੀ ਦਿੰਦਾ ਪਿਤਾ। ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦ। ਇਹਨਾਂ ਨਾਲ ਆਓ ਗੱਲਬਾਤ ਕਰੋ ਪਿਤਾ ਪਰਮੇਸ਼ਵਰ। ਬਾਕੀ ਦਾ ਸਮਾਂ ਤੁਹਾਡੇ ਹੱਥਾਂ ਵਿੱਚ ਯਿਸੂ ਨਾਮ 'ਚ ਮੰਗਦੇ ਹਾਂ, ਆਮੀਨ। ਅਸੀਂ ਵਚਨ 'ਚ ਦੇਖਾਂਗੇ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਵਰ ਦਾ ਵਚਨ ਸਾਡੇ ਨਾਲ ਕੀ ਗੱਲਬਾਤ ਕਰੇ। ਮਰਕੁਸ ਦੀ ਅੰਜੀਲ उसका 7 बाब ਉਹਦੀ 31 ऐत तो पढ़ेंगे। उत्थे लिखा है, फिर वह सूर और सैदा के देशों से निकलकर दिकापुलिस से होता हुआ गलील की झील पर पहुंचा तो लोगों ने एक बहरे को जो हकला भी था उसके पास लाकर उससे विनती की कि अपना हाथ उस पर रखे। तब वह उसको भीड़ से अलग ले गया और अपनी उंगलियां उसके कानों में डाली और थूक कर उसकी जीभ को छुआ और स्वर्ग की ओर देखकर आह भरी और उससे कहा, इफ्तहा, अर्थात खुल जा। उसके कान खुल गए और उसकी जीभ की गांठ भी खुल गई और वह साफ साफ बोलने लगा। तब उसने उन्हें चिताया कि किसी से ना कहना, परंतु जितना उसने उन्हें चिताया उतना ही वे और प्रचार करने लगे। वे बहुत ही आश्चर्य में होकर कहने लगे, उसने जो कुछ किया सब अच्छा किया है। वह बहरों को सुनने की और गूंगों को बोलने की शक्ति देता है। इतने वचन च की लिखा, मरकुस दी अंजील उसका 7 बाब ਉਹਦੀ 31 आयत ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਇੱਕ ਬਹਿਰੇ ਔਰ ਹਕਲੇ ਵਿਅਕਤੀ ਨੂੰ ਚੰਗਾ ਕੀਤਾ। ਉਸ ਭੀੜ ਦੇ ਵਿੱਚ ਲੋਕ ਇੱਕ ਵਿਅਕਤੀ ਨੂੰ ਲਿਆਏ ਜਿਹੜਾ ਕਿ ਕੰਨੋਂ ਬਹਿਰਾ ਸੀਗਾ ਔਰ ਹਕਲਾ ਵੀ ਸੀਗਾ। उसके पास लाकर उससे विनती की कि अपना हाथ उस पर रखे। लोगों ने उन्होंने लिया के परमेश्वर दे कोल खड़ा करता कि परमेश्वर ਇਹਦੇ ਉੱਪਰ ਹੱਥ ਰੱਖ ਤਾਂ ਕਿ ਕੀ ਹੋ ਜਾਏ, ਚੰਗਾ ਹੋ ਜਾए। परमेश्वर ने की किया, उन्हें भीड़ तो अलग ले गए और अपनी उंगलियां उसके कानों में डाली और थूक कर उसकी जीभ को छुआ और स्वर्ग की ओर देखकर आ भरी और उससे कहा, इफ्तहा, अर्थात खुल जा। आगे लिखा, उसके कान क्या हो गए, खुल गए, अर्थात उसकी जीभ की गांठ भी खुल गई और वह साफ साफ बोलने लगा। तब उसने उन्हें चिताया कि किसी से ना कहना। परमेश्वर ने कहा कि जो तेरे नाल होया किसी ਨੂੰ ਨਾ ਜਾ ਕੇ ਦੱਸੀ। ਲੇਕਿਨ ਉਹ ਚੁੱਪ ਨਹੀਂ ਰਿਹਾ। ਉਹਨੇ ਜਿੰਨਾ ਉਹਨੂੰ ਰੋਕਿਆ ਸੀ ਉਹਨਾਂ ਜ਼ਿਆਦਾ ਪਰਮੇਸ਼ਰ ਦਾ ਪ੍ਰਚਾਰ ਕੀਤਾ, ਉਹਨਾਂ ਜ਼ਿਆਦਾ ਪਰਮੇਸ਼ਰ ਦੇ ਨਾਮ ਨੂੰ ਫੈਲਾਇਆ, ਉਹਨਾਂ ਜ਼ਿਆਦਾ ਜਗ੍ਹਾ ਜਗ੍ਹਾ ਜਾ ਕੇ ਦੱਸਿਆ ਕਿ ਮੈਂ ਕਿਸ ਤਰ੍ਹਾਂ ਚੰਗਾ ਹੋਇਆ, ਮੈਂ ਕਿਸ ਤਰ੍ਹਾਂ ਹੀਲਿੰਗ ਲਈ, ਮੈਂ ਕਿਸ ਤਰ੍ਹਾਂ ਬੋਲ ਨਹੀਂ ਸਕਦਾ ਸੀ, ਮੈਂ ਕਿਸ ਤਰ੍ਹਾਂ ਬਹਿਰਾ ਸੀ, ਮੈਂ ਸੁਣ ਨਹੀਂ ਸਕਦਾ, ਅੱਜ ਮੈਂ ਕਿਸ ਤਰ੍ਹਾਂ सुन रहे हैं और किस तरह बोलिया। उन्हें जगह जगह जाके प्रचार किया। अगे की लिखिया कि
दोबारा पढ़ती हैं, परंतु जितना उसने उन्हें चिताया उतना ही वह और प्रचार करने लगे। वह बहुत ही आश्चर्य में होकर कहने लगे, ਜਿਹੜੇ ਲੋਕ ਸੀਗੇ ਉੱਥੇ ਉਹ बहुत ही आश्चर्य मतलब वंडर हो गए, हैरान हो गए। वो कहने लगे, उसने जो कुछ किया सब अच्छा किया है। वह बहरों को सुनने की और गूंगों को बोलने की क्या देता है, शक्ति देता है। ਜਿਹੜੇ ਉੱਥੇ ਲੋਕ ਸੀਗੇ ਨਾ, ਉਹ ਲੋਕ ਕਹਿਣ ਲੱਗ ਗਏ ਕਿ ਜੋ ਕੁਝ ਵੀ ਇਸ ਪਰਮੇਸ਼ਵਰ ਨੇ ਕੀਤਾ ਹੈ, ਯੀਸ਼ੂ ਮਸੀਹ ਨੇ ਕੀਤਾ ਹੈ, ਉਹ ਚੰਗਾ ਕੀਤਾ ਹੈ ਕਿ ਉਹਨੇ ਬਹਿਰੇ ਨੂੰ ਕੀ ਕੀਤਾ, ਸੁਣਨ ਦੀ ਸ਼ਕਤੀ ਦਿੱਤੀ ਔਰ ਗੂੰਗੇ ਨੂੰ ਕੀ, ਬੋਲਣ ਦੀ ਸ਼ਕਤੀ ਦਿੱਤੀ ਹੈ। ਇਸ ਤੋਂ ਕੀ ਪ੍ਰੂਫ ਹੁੰਦਾ ਕਿ ਸਾਡਾ ਪਰਮੇਸ਼ਵਰ ਬਹੁਤ ਮਹਾਨ ਪਰਮੇਸ਼ਵਰ ਹੈ, ਜੋ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਔਰ ਬਹਿਰਿਆਂ ਨੂੰ ਸੁਣਨ ਦੀ ਸ਼ਕਤੀ ਦਿੰਦਾ ਹੈ, ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ, ਕੋੜੀਆਂ ਨੂੰ ਸ਼ੁੱਧ ਕਰਦਾ ਹੈ, ਪਾਪੀਆਂ ਦੇ ਪਾਪ ਮਾਫ ਕਰਦਾ ਹੈ, ਅੰਨ੍ਹਿਆਂ ਨੂੰ ਅੱਖਾਂ ਦਿੰਦਾ ਹੈ, ਜਿਹੜੇ ਮੰਜੀ ਤੇ ਆਉਂਦੇ ਹੈ ਉਹਨਾਂ ਨੂੰ ਉਹ ਪੈਰਾਂ ਦੇ ਸਮੇਤ ਵਾਪਸ ਖੜਾ ਕਰਕੇ ਲੰਗੜਿਆਂ ਨੂੰ ਚਲਾਉਣ ਦੀ ਉਹ ਕੀ ਕਰਦਾ ਹੈ, ਹਿੰਮਤ ਸ਼ਕਤੀ ਕੀ ਕਰਦਾ ਹੈ, ਤਾਕਤ ਰੱਖਦਾ ਹੈ। ਸਾਡਾ ਪਰਮੇਸ਼ਵਰ ਬਹੁਤ ਮਹਾਨ ਹੈ। ਉਸਦੇ ਕੋਲ ਇੰਨੀ ਸਾਮਰਥ ਸ਼ਕਤੀ ਹੈ, ਉਸ ਕੋਲ ਅਧਿਕਾਰ ਹੈ ਕਿ ਉਹ ਸਾਡੇ ਪਾਪ ਮਾਫ ਕਰ ਸਕੇ ਔਰ ਸਾਨੂੰ ਗੂੰਗਿਆਂ ਨੂੰ ਬੋਲਣ ਲਾ ਦੇ ਔਰ ਬਹਿਰਿਆਂ ਨੂੰ ਸੁਣਨ ਦੀ ਸ਼ਕਤੀ ਦੇ ਦੇ। ਅੱਜ ਸਰੀਰਿਕ ਤੌਰ ਤੇ ਲੋਕ ਆਸ਼ੀਸ਼ ਪਾ ਰਹੇ ਹੈ, ਸਰੀਰਿਕ ਤੌਰ ਤੇ ਵੀ ਜਿਹੜੇ ਕੰਨੋਂ ਕਦੀ ਸੁਣ ਨਹੀਂ ਸਕਦੇ ਸੀ, ਮੂੰਹੋਂ ਬਚਪਨ ਤੋਂ ਕਦੀ ਬੋਲ ਨਹੀਂ ਸਕਦੇ ਸੀ, ਅੱਜ ਉਹ ਬੋਲ ਰਹੇ ਹੈ ਪਰਮੇਸ਼ਰ ਦੇ ਘਰ ਦੇ ਵਿੱਚ ਜਾ ਕੇ, ਪਰਮੇਸ਼ਰ ਦੇ ਘਰ ਦੇ ਵਿੱਚ ਜਾ ਕੇ ਉਹਦੀ ਸਾਮਰਥ ਦੇ ਦੁਆਰਾ, ਉਹਦੇ ਦਾਸਾਂ ਦੇ ਦੁਆਰਾ ਅਨੁਗ੍ਰਹਿ ਪਾ ਕੇ ਉਹ ਬੋਲ ਰਹੇ ਹੈ, ਸੁਣ ਰਹੇ ਹੈ, ਦੇਖ ਰਹੇ ਹੈ, ਲੰਗੜੇ ਚੱਲ ਰਹੇ ਹੈ। ਅੱਜ ਸਭ ਕੁਝ ਸੇਮ ਉਸੇ ਤਰ੍ਹਾਂ ਹੋ ਰਿਹਾ ਜੋ ਉਹ ਪਰਮੇਸ਼ਰ ਉਦੋਂ ਕਰਦੇ ਸੀ, ਅੱਜ ਵੀ ਉਹ ਕਰ ਰਿਹਾ ਹੈ। ਲੇਕਿਨ ਫਿਰ ਵੀ ਜਿਸ ਤਰ੍ਹਾਂ ਇਹਨਾਂ ਨੇ ਜਾ ਕੇ ਪ੍ਰਚਾਰ ਕੀਤਾ, ਦੱਸਿਆ ਕਿ ਪਰਮੇਸ਼ਵਰ ਕਿਸ ਤਰ੍ਹਾਂ ਚੰਗਾ ਕਰ ਰਿਹਾ ਹੈ, ਉਸੇ ਤਰ੍ਹਾਂ ਅੱਜ ਲੋਕ ਨਹੀਂ ਕਰਦੇ। ਉਹ ਸਿਰਫ ਚੰਗਾਈ ਨੂੰ ਪਾ ਕੇ ਘਰ ਬੈਠ ਜਾਂਦੇ, ਕੱਲੀ ਚੰਗਾਈ ਲੈਣ ਦੇ ਲਈ ਲੋਕ ਜਾ ਰਹੇ ਪਰਮੇਸ਼ਰ ਦੇ ਕੋਲ। ਉਸ ਸਮੇਂ ਵੀ ਐਸੇ ਲੋਕ ਸੀ, ਲੇਕਿਨ ਅਸੀਂ ਇਹਨਾਂ ਲੋਕਾਂ ਵਰਗਾ ਬਣਨਾ ਜਿਨ੍ਹਾਂ ਨੇ ਜਾ ਕੇ ਹੋਰ ਲੋਕਾਂ ਨੂੰ ਸੁਣਾਇਆ ਔਰ ਜੋ ਹੋਰ ਦੁਖੀ ਬਿਮਾਰ ਸੀ ਉਹਨਾਂ ਦੇ ਅੰਦਰ ਵੀ ਵਿਸ਼ਵਾਸ ਪੈਦਾ ਹੋਇਆ ਗਵਾਹੀ ਨੂੰ ਸੁਣ ਕੇ, ਜੇ ਇਹ ਚੰਗਾ ਹੋ ਸਕਦਾ ਹੈ ਤਾਂ ਮੈਂ ਵੀ ਚੰਗਾ ਹੋ ਸਕਦਾ, ਜੇ ਇਹਨੂੰ ਬਲੈਸਿੰਗ ਮਿਲ ਸਕਦੀ ਹੈ ਤਾਂ ਮੈਨੂੰ ਵੀ ਮਿਲ ਸਕਦੀ ਹੈ। ਜਦੋਂ ਤੁਸੀਂ ਗਵਾਹੀ ਦਿੰਦੇ ਹੋ, ਪ੍ਰਚਾਰ ਕਰਦੇ ਹੋ ਤਾਂ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਔਰ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਚਮਤਕਾਰ ਹੁੰਦਾ ਹੈ। ਅੱਜ ਕੱਲ੍ਹ ਕੇਵਲ ਸਰੀਰਿਕ ਲੋਕ ਬਹਿਰੇ ਔਰ ਸਰੀਰਿਕ ਗੂੰਗੇ ਨਹੀਂ ਹੈ, ਆਤਮਿਕ ਵੀ ਉਹਨਾਂ ਦੇ ਵਿੱਚ ਕਮੀਆਂ, ਆਤਮਿਕ ਵੀ ਬਹਿਰੇ ਔਰ ਆਤਮਿਕ ਵੀ ਉਹ ਗੂੰਗਾਪਨ ਉਹਨਾਂ ਦੀ ਜ਼ਿੰਦਗੀ 'ਚ ਹੈ। ਉਹ ਕਿਸ ਤਰ੍ਹਾਂ ਹੈ ਕਿ ਇੰਨਾ ਵਚਨ, ਇੰਨੀ ਕਾਉਂਸਲਿੰਗ ਦੇਣ ਦੇ ਬਾਵਜੂਦ ਵੀ ਜਦੋਂ ਨਹੀਂ ਮੁੜਦੇ, ਜਦੋਂ ਉਹ ਨਹੀਂ ਪਾਪਾਂ ਤੋਂ ਤੋਬਾ ਕਰਦੇ, ਉਹ ਸੇਮ ਸਪਿਰਿਟ ਦੇ ਵਿੱਚ ਚੱਲ ਰਿਹਾ ਹੈ ਜੋ ਅੰਧਕਾਰ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਰਹੀ, ਨਾਸ਼ ਵੱਲ ਲੈ ਕੇ ਜਾ ਰਹੀ, ਆਪਣਾ ਜੀਵਨ ਨਹੀਂ ਚੇਂਜ ਕਰ ਰਹੇ, ਉਹ ਅੱਜ ਵੀ ਆਤਮਿਕ ਬਹਿਰੇ ਹੈ। ਉਹ ਅੱਜ ਵੀ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਇਗਨੋਰ ਕਰ ਰਹੇ ਹੈ। ਕਿਉਂ? ਉਹ ਆਤਮਿਕ, ਉਹਨਾਂ ਦੀਆਂ ਅੱਖਾਂ ਔਰ ਆਤਮਿਕ ਕੰਨ ਉਹਨਾਂ ਦੇ ਹਜੇ ਤੱਕ ਨਹੀਂ ਖੁੱਲੇ ਔਰ ਆਤਮਿਕ ਮੂੰਹ ਵੀ ਨਹੀਂ ਖੁੱਲਾ। ਜਦੋਂ ਤੁਸੀਂ ਪਰਮੇਸ਼ਰ ਦਾ ਗੁਣਗਾਨ ਕਰਨਾ ਸ਼ੁਰੂ ਕਰ ਦੋਗੇ, ਉਹਦੀਆਂ ਗਵਾਹੀਆਂ ਨੂੰ ਦੇਣਾ ਸ਼ੁਰੂ ਕਰ ਦੋਗੇ, ਉਹਦਾ ਪ੍ਰਚਾਰ, ਸੁਸਮਾਚਾਰ, ਉਹਦੇ ਨਾਮ ਨੂੰ ਉੱਚਾ ਕਰਨਾ ਸ਼ੁਰੂ ਕਰ ਦੋਗੇ ਤਾਂ ਆਤਮਿਕ ਗੂੰਗਾਪਨ ਦੂਰ ਹੋ ਜਾਏਗਾ ਔਰ ਪਰਮੇਸ਼ਰ ਤੁਹਾਡੇ ਅੰਦਰ ਆ ਕੇ ਆਪ ਬੋਲੇਗਾ। ਉਹਦੇ ਲਈ ਸਾਨੂੰ ਪ੍ਰੇਅਰਫੁਲ ਰਹਿਣ ਦੇ ਲਈ ਬਹੁਤ ਜ਼ਰੂਰਤ ਹੈ। ਪ੍ਰੇਅਰ ਕਰਨ ਦੇ ਨਾਲ ਹੀ ਜਦੋਂ ਪਰਮੇਸ਼ਰ ਸਾਡੇ ਅੰਦਰ ਕਾਰਜ ਕਰਨਗੇ, ਸਾਡੇ ਅੰਦਰ ਉਤਸ਼ਾਹ ਆਏਗਾ ਕਿ ਹਾਂ ਮੈਂ ਵੱਧ ਰਿਹਾ ਪਰਮੇਸ਼ਰ 'ਚ। ਮੈਂ ਦੱਸਣਾ ਚਾਹੁੰਦਾ, ਜਿਸ ਤਰ੍ਹਾਂ ਮੈਂ ਦੁਖੀ ਸੀ ਅੱਜ ਤੂੰ ਵੀ ਦੁਖੀ ਹੈ। ਆ ਪਰਮੇਸ਼ਰ ਦੇ ਕੋਲ ਸੁਣ ਪਰਮੇਸ਼ਰ ਦਾ ਵਚਨ, ਮੰਨ ਪਰਮੇਸ਼ਰ ਦਾ ਵਚਨ, ਕਰਕੇ ਦੇਖ ਪਰਮੇਸ਼ਰ ਤੇਰਾ ਧਰਮ ਨਹੀਂ, ਪਰਮੇਸ਼ਰ ਤੇਰੀ ਜ਼ਿੰਦਗੀ ਨੂੰ ਚੇਂਜ ਕਰ ਦੇਗਾ। ਹਾਲੇਲੂਇਆ। ਅੱਜ ਲੋਕਾਂ ਦੇ ਮਨ 'ਚ ਵਹਿਮ ਹੈ ਕਿ ਜੇ ਅਸੀਂ ਚਰਚ ਚਲੇ ਗਏ, ਜੇ ਅਸੀਂ ਯੀਸ਼ੂ ਮਸੀਹ ਨੂੰ ਕਬੂਲ ਕਰ ਲਿਆ, ਜੇ ਅਸੀਂ ਇੱਦਾਂ ਕਰ ਲਿਆ ਤਾਂ ਸਾਡਾ ਧਰਮ ਚੇਂਜ ਹੋ ਜਾਏਗਾ। ਲੋਕ ਸਾਨੂੰ ਕੀ ਕਹਿਣਗੇ, ਲੋਕਾਂ ਦੇ ਮਨ 'ਚ ਡਰ ਹੈ। ਤਾਂ ਫਿਰ ਤੁਸੀਂ ਚੰਗਾਈ ਨਹੀਂ ਲੈ ਸਕਦੇ, ਫਿਰ ਤੁਸੀਂ ਸਵਰਗ ਵੱਲ ਵੀ ਨਹੀਂ ਜਾ ਸਕਦੇ, ਫਿਰ ਤੁਸੀਂ ਪਰਮੇਸ਼ਰ ਨੂੰ ਵੀ ਨਹੀਂ ਪ੍ਰਾਪਤ ਕਰ ਸਕਦੇ, ਫਿਰ ਤੁਹਾਡਾ ਜੀਵਨ ਵੀ ਨਹੀਂ ਬਦਲ ਸਕਦਾ ਜੇ ਤੁਹਾਡੇ ਮਨ ਵਿੱਚ ਲੋਕਾਂ ਦਾ ਡਰ ਹੈ। ਇਸ ਡਰ ਨੂੰ ਦੂਰ ਕਰੋ ਔਰ ਪਰਮੇਸ਼ਰ ਦੇ ਕੋਲ ਆਓ। ਉਸ ਲੇਡੀ ਕੋਲ ਜਾ ਕੇ ਪੁੱਛੋ
ਜਿਹਦੀ 14 ਸਾਲ 30 ਸਾਲ 20 ਸਾਲ 10 ਸਾਲ 2 ਸਾਲ ਪਤਾ ਨਹੀਂ ਕਿੰਨੀ ਦੇਰ ਪੁਰਾਣੀ ਰਸੋਲੀ ਹੋਏਗੀ ਉਹਦੇ ਪੇਟ 'ਚ, ਜਿਹਨੇ ਉਹਨੂੰ ਤੰਗ ਕੀਤਾ। ਹਰ ਡਾਕਟਰ ਕੋ ਗਈ, ਹਰ ਵੈਦ ਕੋ ਗਈ, ਹਰ ਹਕੀਮ ਕੋ ਗਈ, ਹਰ ਬਾਬੇ ਕੋ गई, हर मेडिकल ट्रीटमेंट कराया, पैसा खर्च किया, लेकिन रसोली का ऑपरेशन भी किया, लेकिन फिर भी रसोलियां तो आराम नहीं आया। लेकिन जो परमेश्वर के घर दे विच गई, एक प्रार्थना दे नाल, एक प्रोफेसी दे नाल, वो किस तरह रसोलियां बाहर आ गई। उस लेडी को जाके पूछो ओदी किड्डी वड्डी गवाही है, और परमेश्वर ने लाइफ च किद्दां चमत्कार किया, और किद्दां चुप करके बैठ सकती है? कदे भी नहीं। क्यों? क्योंकि ਉਹਦੇ जीवन च चमत्कार होया, वड्डी ब्लैसिंग ਉਹਨੂੰ मिली है। जिस तो दुखी सी ਉਹ दुख परमेश्वर ने दूर करता, ਉਹਨੂੰ आजाद कर दिता, उसਨੂੰ चंगा कर दिता। इन्ने सालां दी दुखी ਨੂੰ 12 साल ਦੀ ਰੋਗਣ ਨੂੰ ਜੇ ਪਰਮੇਸ਼ਰ ਨੇ ਚੰਗਾ ਕੀਤਾ, 38 ਸਾਲ ਦੇ ਮਰੀਜ਼ਾਂ ਨੂੰ ਚੰਗਾ ਕੀਤਾ। ਇੱਥੇ ਪਰਮੇਸ਼ਰ ਨੇ ਗੂੰਗੇ ਨੂੰ ਬੋਲਣ ਲਾਤਾ, ਬਹਿਰੇ ਨੂੰ ਸੁਣਨ ਲਾਤਾ, ਉਹਦਾ ਹਕਲਾਪਨ ਦੂਰ ਕਰ ਦਿੱਤਾ। ਤਾਂ ਅੱਜ ਪਰਮੇਸ਼ਰ ਤੁਹਾਡਾ ਕਿਉਂ ਨਹੀਂ ਕਰੇਗਾ? ਉਹ ਜ਼ਰੂਰ ਕਰੇਗਾ, ਲੇਕਿਨ ਤੁਸੀਂ ਵਿਸ਼ਵਾਸ ਦੇ ਨਾਲ ਉਸਦੇ ਕੋਲ ਆਓ। ਲੋਕਾਂ ਦਾ ਡਰ ਆਪਣੀ ਜ਼ਿੰਦਗੀ 'ਚ ਦੂਰ ਕਰੋ। ਇਹ ਨਾ ਸੋਚੋ ਕਿ ਉਹ ਤੁਹਾਡੀ ਧਰਮ ਤੇ ਜਾਤ ਬਦਲੇਗਾ, ਇਹ ਸੋਚੋ ਕਿ ਉਹ ਤੁਹਾਡਾ ਜੀਵਨ ਬਦਲ ਦੇਗਾ, ਔਰ ਦੁੱਖ 'ਚੋਂ ਨਿਕਾਲ ਕੇ ਸੁੱਖ ਵਿੱਚ ਉਸਨੂੰ ਬਦਲ ਦੇਗਾ। ਹਾਲਾਤ ਚੇਂਜ ਹੋ ਜਾਣਗੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਬਹੁਤ ਪਾਵਰਫੁਲ ਹੈ। ਜਦੋਂ ਮੈਂ ਪੜ੍ਹਿਆ, ਪਰਮੇਸ਼ਰ ਦੀ ਆਤਮਾ ਨੇ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਇਜ਼ਰਾਈਲੀ ਲੋਕਾਂ ਵੱਲ ਦੇਖੀਏ, ਪਰਮੇਸ਼ਰ ਦੇ ਜਿਹੜੇ ਲੋਕ ਸੀਗੇ, ਇੰਨੇ ਵੱਡੇ, ਉਹਨਾਂ ਦੀ ਵੀ ਆਤਮਿਕ ਅੱਖਾਂ ਬੰਦ ਸੀਗੀਆਂ। ਆਤਮਿਕ ਅੱਖਾਂ, ਜਦੋਂ ਪਰਮੇਸ਼ਰ ਨੇ ਉਹਨਾਂ ਨੂੰ 40 ਸਾਲ ਸਵਰਗੀ ਮੰਨਾ ਦਿੱਤਾ, ਨਾ ਉਹਨਾਂ ਦੇ ਕੱਪੜੇ ਫਟੇ, ਨਾ ਜੁੱਤੀਆਂ ਕੱਸੀਆਂ। ਪਰਮੇਸ਼ਰ ਨੇ ਇੰਨਾ ਉਹਨਾਂ ਨੂੰ ਸੰਭਾਲ ਕੇ ਰੱਖਿਆ, ਫਿਰ ਵੀ ਮਾੜੀ ਜਿਹੀ ਮੁਸੀਬਤ ਆਉਂਦੀ ਸੀ ਤਾਂ ਮੂਸਾ ਨੂੰ ਬੋਲਣ ਲੱਗ ਜਾਂਦੇ ਸੀ, ਪਰਮੇਸ਼ਰ ਦਾਸ ਨੂੰ, ਸਾਨੂੰ ਇੱਥੇ ਮਰਨ ਦੇ ਲਈ ਲਾਇਆ, ਭੁੱਖਾ ਪਿਆਸਾ ਸਾਨੂੰ ਛੱਡਿਆ। ਇੰਨਾ ਕੁਝ ਚਮਤਕਾਰ ਪਰਮੇਸ਼ਰ ਨੇ ਉਹਨਾਂ ਦੇ ਸਾਹਮਣੇ ਕੀਤੇ। ਜੋ ਮੰਗਿਆ ਪਰਮੇਸ਼ਰ ਨੇ ਦਿੱਤਾ। ਔਰ ਕੀ, ਜਦੋਂ ਐਂਡ ਤੇ ਆ ਕੇ ਦੁਖੀ ਹੋ ਕੇ ਕਿੱਥੋਂ ਵੀ ਛੁਟਕਾਰਾ ਨਹੀਂ ਮਿਲਦਾ ਨਾ ਇਜ਼ਰਾਈਲੀਆਂ ਨੂੰ, ਜਦੋਂ ਦੁਹਾਈ ਦੇਣ ਲੱਗ ਜਾਂਦੇ ਨੇ, ਜਦੋਂ ਕਰਲਾਣ ਲੱਗ ਜਾਂਦੇ ਨੇ, ਫਿਰ ਪਰਮੇਸ਼ਰ ਦਾ ਮਨ ਬਦਲ ਗਿਆ, ਔਰ ਪਰਮੇਸ਼ਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ। ਅੱਜ ਪਰਮੇਸ਼ਰ ਤੁਹਾਨੂੰ ਵੀ ਕਹਿ ਰਿਹਾ कि मेरे को मंग, मैं तेनू दिना, प्रार्थना कर, मैं तेरी प्रार्थना नू सुनांगा। उसने जो मेरे नाम को जाना है, मैं उससे स्नेह करूंगा, मैं उसको छुड़ाऊंगा। जो तुसी जान लोगे ना परमेश्वर नू, प्यार करोगे तो परमेश्वर तुहानू वध करेगा, क्योंकि उसने तुहाडे तो पहला तुहानू प्यार किया और तुहानू चुनिया है। परमेश्वर नू जानिए, पहचानिए, और अपनी जिंदगी दे विच उसनू लैके आइए, क्योंकि इस समय सानू सिर्फ खुदा दी लोड़ है। आज डॉक्टर सिर झुका चुके हैं कि खुदा, गॉड तू ही है जो इस महामारी तो छुड़ा सकता, होर कोई नहीं। और इस महामारी तो परमेश्वर ही है जो सानू बचा सकता है। सो पापां तो बचे रहिए, पाप वाला जीवन छड्ड के उसदे वल आ जाइए, उसदे वचनां वल मुड़ जाइए, तां जो साडा आत्मिक जीवन, शरीरिक जीवन पवित्र रह सके, और असीं उहदे विच वध सकीए, और इन्हां महामारियां तो बच सकीए, और परमेश्वर सानू ब्लैस कर सके, और आने वाला जीवन असीं शांति दे नाल वधिया बतीत कर सकीए। हालेलुया। आइए असीं लास्ट प्रार्थना करांगे। अपनी अखां नूं बंद करो और परमेश्वर दे सामने अपने सिर नूं झुकाओ, और मेरे नाल एक मन हो के प्रार्थना करो। अगर किसी दा किसी जगह ते रोग है, हैडेक है, कोई बॉडी पेन है, लैग पेन है, कोई भी प्रॉब्लम है तुहाडे शरीर दे विच, उस जगह ते हथ रखो और प्रार्थना करो। विश्वास करो, परमेश्वर अज ही तुहानू चंगा करेगा। महान सर्वशक्तिमान परमेश्वर, तेरा धन्नवाद करदे पिता, एक बारी फिर तेरे दया दे सिंघासन अगे आने पिता जी, मैं प्रार्थना करदी इन्हां लोगां दे लई, ਇਹ ਵਚਨ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ 100 ਗੁਣਾ ਫਲ ਲੈ ਕੇ ਆਵੇ। ਕੋਈ ਸ਼ੈਤਾਨ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਚੁਰਾ ਨਾ ਸਕੇ ਪਿਤਾ ਜੀ। ਹੁਣ ਇਹਦੇ ਜਿੱਥੇ ਕਿਤੇ ਕਿਸੇ ਨੇ ਹੱਥ ਰੱਖਿਆ ਪ੍ਰਭੂ ਜੀ, ਅਗਰ ਉਸ ਜਗ੍ਹਾ ਤੇ ਕਿਸੇ ਪ੍ਰਕਾਰ ਦੀ ਬਿਮਾਰੀ, ਰੋਗ, ਪਰੇਸ਼ਾਨੀ, ਦੁੱਖ, ਜ਼ਖਮ ਕੁਝ ਵੀ ਹੈ, ਹੱਡੀਆਂ ਦਾ ਦਰਦ, ਬਲੱਡ ਪ੍ਰੋਬਲਮ ਪਿਤਾ ਜੀ, ਸ਼ੂਗਰ, ਬੀਪੀ, ਕੋਈ ਵੀ ਪ੍ਰੋਬਲਮ, ਹੈਡੇਕ, ਮਾਈਗ੍ਰੇਨ, डिप्रेशन, ਇਹ ਸਭ ਇਹਨਾਂ ਦੀ ਜ਼ਿੰਦਗੀਆਂ ਨੂੰ ਛੱਡ ਕੇ ਦੂਰ ਚਲਾ ਜਾਏ, ਕਿਉਂਕਿ ਇਹਨਾਂ ਦੇ ਲਈ ਨਹੀਂ ਬਣਿਆ।
खुदावन तू साडी बीमारियां दी खातर सलीब ते जान लई है और तेरा वचन कहता है कि तेरे मार खान दे नाल तेरे कोड़े खान दे नाल असी चंगे हो चुके हाँ पिता जी। और मैं विश्वास करदी हां कि तू सानू चंगा कर दिता है पिता। होने दे ਇਹ वचन इन्हां दी जिंदगियां दे विच आशीष ते बरकत ते चंगाई नू लैके आवे। तेरा वड्डा अनुग्रह ग्रेस इन्हां दी जिंदगियां च आवे। इसे वक्त इन्हां नू छू और चंगा कर, इन्हां दा विश्वास मजबूत हो सके। इन्हां दे मन जो कठोर ने पिता, ਜਿਹੜੇ ਲੋਕ ਇਹ वचन सुन रहे ਅੱਜ ਹੀ ਇਹਨਾਂ ਦੇ ਮਨਾਂ ਦੇ ਵਿੱਚ ਪ੍ਰਭੂ ਜੀ ਤੁਸੀਂ ਆਪਣੀ ਦਇਆ ਪਾਓ, ਇਹਨਾਂ ਦੇ ਮਨ ਬਦਲਣ ਪਿਤਾ ਜੀ। ਕਠੋਰ ਮਨ ਨੂੰ ਬਦਲੋ ਤਾਂ ਜੋ ਤੈਨੂੰ ਅਪਣਾ ਸਕਣ, ਆਪਣੀ ਜ਼ਿੰਦਗੀ ਨੂੰ ਚੇਂਜ ਕਰ ਸਕਣ ਔਰ ਖੁਦਾਵੰਦ ਆਪਣੇ ਪਾਪਾਂ ਤੋਂ ਛੁਟਕਾਰਾ ਅੰਧਕਾਰ ਚੋਂ ਨਿਕਲ ਕੇ ਜੋਤੀ ਦੇ ਵਿੱਚ ਆ ਸਕਣ ਔਰ ਤੇਰੇ ਨਾਮ ਨੂੰ ਉੱਚਾ ਕਰ ਸਕਣ। ਹੋਣੇ ਦੇ ਪਿਤਾ ਜੀ ਇਹ ਸੁਸਮਾਚਾਰ ਦਾ ਪ੍ਰਚਾਰ ਜਗ੍ਹਾ ਜਗ੍ਹਾ ਤੇ ਜਿੱਥੇ ਵੀ ਜਾਵੇ ਉਹਦੀ ਜ਼ਿੰਦਗੀ ਚੇਂਜ ਹੋਣੇ ਪਾਏ, ਉਹਦੀ ਜ਼ਿੰਦਗੀ 'ਚ ਆਸ਼ੀਸ਼ ਬਰਕਤ ਆਣੇ ਪਾਏ। ਗੁੱਸੇ ਵਾਲੀ ਆਤਮਾ ਇਹਨਾਂ ਨੂੰ ਛੱਡ ਕੇ ਜਾਏ, ਇਹਨਾਂ ਦੇ ਘਰਾਂ ਦੇ ਵਿੱਚ ਕਲੇਸ਼ ਨੂੰ ਦੂਰ ਕਰ। ਮੈਂ ਪ੍ਰਾਰਥਨਾ ਕਰਦੀ ਹਾਂ ਲੋਕਾਂ ਦੇ ਲਈ ਜੋ ਸ਼ਰਾਬ ਪੀਂਦੇ, ਨਸ਼ਾ ਕਰਦੇ, ਯਿਸੂ ਦੇ ਨਾਮ 'ਚ ਹਰ ਨਸ਼ੇ ਵਾਲੀ ਆਤਮਾ ਇਹਨਾਂ ਨੂੰ ਛੱਡ ਕੇ ਜਾਏ। ਹਰ ਇੱਕ ਵਿਭਿਆਚਾਰ ਵਾਲੀ, ਪਾਪ ਵਾਲੀ ਆਤਮਾ, ਗੁੱਸੇ, ਲੜਾਈ ਝਗੜੇ ਵਾਲੀ ਆਤਮਾ ਇਹਨਾਂ ਦੀ ਜ਼ਿੰਦਗੀਆਂ ਨੂੰ ਛੱਡ ਕੇ ਜਾਏ। ਗਠੀਏ ਦੀ ਪ੍ਰੋਬਲਮ ਅਗਰ ਕਿਸੇ ਨੂੰ ਹੈ, ਯਿਸੂ ਨਾਮ 'ਚ ਛੱਡ ਕੇ ਜਾਏ। ਬੀਪੀ ਨੋਰਮਲ ਹੋਵੇ ਪਿਤਾ ਪਰਮੇਸ਼ਵਰ। ओ खुदावंद अस्थमा ਦੇ ਰੋਗ ਚੰਗੇ ਹੋਣ ਪਿਤਾ ਜੀ। ਇਹ ਸਾਹ ਤੇਰਾ ਹੈ, ਤੂੰ ਸਾਨੂੰ ਦਿੱਤਾ ਪ੍ਰਭੂ ਜੀ, ਤੇਰੇ ਵੱਲੋਂ ਨੋਰਮਲ ਆਣੇ ਪਾਏ ਪਿਤਾ ਜੀ। कोरोना पॉजिटिव पेशेंट के लिए मैं प्रार्थना करती, अगर कोई प्रार्थना नहीं सुन रहा, कोरोना पॉजिटिव है, यीशु नाम से रिपोर्ट नेगेटिव आने पाए और नॉर्मल हो जाए वो इंसान पिता परमेश्वर। हर एक रिपोर्ट नेगेटिव आए इन द माइटी नेम ऑफ जीसस। हर पेट दी इंफेक्शन जाए, हर प्रॉब्लम इन्हां दे शरीर चों निकले यीशु दे नाम च पिता। ये प्रार्थना इन्हां दी जिंदगियां च कार्य करे, इन्हां दे विश्वास नूं वधा पिता, इन्हां दे विश्वास नूं वधा, इन्हां नूं इसे वक्त छू पिता परमेश्वर। इसे वक्त तेरी होली स्पिरिट तेरा पवित्र आत्मा इन्हां नूं टच करे पिता परमेश्वर और इन्हां दी जिंदगियां दे विच कार्य होने पाए पिता जी। तेरा धन्यवाद कर दे, तेरी तारीफ कर दे। विरोध वाली आत्मा नूं कढ पिता परमेश्वर, विरोध वाली आत्मा जाए खुदावंद खुदा। तेरा धन्यवाद कर दे क्योंकि तेरा वचन कहता साडा युद्ध मांस और लहू दे नाल नहीं है बल्कि अंधकार दी शक्तियां ना पिता। हर अंधकार दी शक्ति जो इन्हां दे जीवनां च, इन्हां दे फाइनैंस च, इन्हां दे बिजनेस च काम करदी है, इन्हां दे बच्चियां दी जिंदगी च, हसबैंड वाइफ दे जीवन च काम करदी, यीशु दे नाम दे विच ओ हर एक प्रॉब्लम अंधकार दी शक्ति इन्हां दी जिंदगियां नूं छड्ड के जावे। हर डिवोर्स कैंसल होवे यीशु दे नाम च पिता। इन्हां दी मैरिज नूं सक्सैसफुल बना। हर वो स्त्री जो परमेश्वर तेरा डर और भय मनदी है खुदावंद होने दे, ओदे नेचर जो गलत है, करैक्टरलैस है, यीशु मसीह दे नाम च तू पवित्रताई वाला जीवन दे पिता जी। इहदे स्वभाव नूं चेंज कर, जीवन नूं चेंज कर और पिता एक अच्छी प्रभु अच्छी लेडी बना, जिस तरह तू उसनूं बनाना चाहना उसे तरह बदल और बना। हर एक पाप वाली आत्मा छड्ड के जावे पिता परमेश्वर। तेरा धन्यवाद करते पिता खुदावंद खुदा, तेरी तारीफ करते पिता जी, तेरी महिमा करते। प्रार्थना नूं सुनो, कबूल करो यीशु मसीह दे नाम च मंगदे, आमीन आमीन आमीन। सारे जय मसीह की। गॉड ब्लेस यू।